ਅੱਜ ਆਪਾਂ ਪ੍ਰਕਾਸ਼ ਦੇ ਅਪਵਰਤਨ ਦੇ ਵਿੱਚ ਅਗਲਾ ਹਿੱਸਾ ਜਿਹੜਾ ਉਸਦਾ, ਜਿਸ ਨੂੰ ਆਪਾਂ ਗੋਲਾਕਾਰ ਲੈਂਸ ਕਹਿੰਦੇ ਹਾਂ, ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਆਪਾਂ ਗ੍ਰਹਿਣ ਕਰਾਂਗੇ। ਤੋਂ ਸਭ ਤੋਂ ਪਹਿਲਾਂ ਕੁਝ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਉਦਾਹਰਨਾਂ ਹੈਗੀਆਂ, ਉਹਨਾਂ ਵਿੱਚੋਂ ਤੁਸੀਂ ਪਹਿਚਾਨਣਾ ਹੈ। ਜਿਵੇਂ ਦੂਰਬੀਨ ਹੈ, ਜਦੋਂ ਦੂਰਬੀਨ ਦੇ ਵਿੱਚੋਂ ਦੀ ਆਪਾਂ ਉਸ ਦੇ ਪਾਰਦਰਸ਼ੀ ਮਾਧਿਅਮ ਨਾਲ ਕੋਈ ਦੂਰ ਦਾ ਸਥਾਨ ਦੇਖਦੇ ਹਾਂ, ਆਪਾਂ ਨੂੰ ਉਹ ਵੱਡਾ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਇੱਕ ਹੋਰ ਵਸਤੂ ਦੇ ਨਾਲ ਕਿਤਾਬ ਦੇ ਅੱਖਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਐਨਕ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਆਪਾਂ ਨੂੰ ਅੱਖਰ ਵੱਡੇ ਦਿਖਾਈ ਦਿੰਦੇ ਆ। ਕਿਉਂ? ਉਸ ਦਾ ਕਾਰਨ ਹੈ ਲੈਂਸ। ਤੋਂ ਉਸ ਦੇ ਵਿੱਚ ਲੈਂਸ ਵਰਤੇ ਜਾਂਦੇ ਆ, ਜਿਸ ਕਰਕੇ ਆਪਾਂ ਨੂੰ ਅੱਖਰ ਜਿਹੜੇ ਆ ਉਹ ਵੱਡੇ ਦਿਖਾਈ ਦਿੰਦੇ ਆ, ਜਾਂ ਦ੍ਰਿਸ਼ ਜਿਹੜਾ ਹੈਗਾ ਕੋਈ ਵੀ ਦੂਰ ਦਾ ਉਹ ਵੱਡਾ ਦਿਖਾਈ ਦਿੰਦਾ। ਲੈਂਸ ਅਸਲ ਵਿੱਚ ਹੁੰਦਾ ਕੀ ਹੈ, ਜਿਹੜਾ ਕਿ ਆਪਣੀਆਂ ਐਨਕਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਦੂਰ ਦ੍ਰਿਸ਼ਟੀ ਦੋਸ਼, ਉਸ ਦੇ ਵਿੱਚ ਅਵਤਲ ਲੈਂਸ ਵਰਤਿਆ ਜਾਂਦਾ ਹੈ। ਤੇ ਜੇ ਆਪਣੇ ਵਿੱਚ ਨਿਕਟ ਦ੍ਰਿਸ਼ਟੀ ਦੋਸ਼ ਦੀ ਸਮੱਸਿਆ ਹੋਵੇ ਤਾਂ ਉੱਤਲ ਲੈਂਸ ਵਰਤਿਆ ਜਾਂਦਾ ਹੈਗਾ, ਜਿਸ ਨਾਲ ਆਪਾਂ ਦੂਰ ਦੀ ਵਸਤੂ ਜਾਂ ਨੇੜੇ ਦੀ ਵਸਤੂ ਨੂੰ ਸਾਫ਼ ਦੇਖ ਸਕਦੇ ਹਾਂ। ਤਾਂ ਲੈਂਸ ਅਸਲ ਵਿੱਚ ਇੱਕ ਪਾਰਦਰਸ਼ੀ ਪਦਾਰਥ ਹੈ, ਜਿਹੜਾ ਕਿ ਪ੍ਰਕਾਸ਼ ਦੀ ਕਿਰਨ ਨੂੰ ਮੋੜ ਦਿੰਦਾ ਹੈਗਾ। ਤੋਂ ਇਸ ਬਾਰੇ ਹੀ ਆਪਾਂ ਜਾਣਕਾਰੀ ਜਿਹੜੀ ਗ੍ਰਹਿਣ ਕਰਾਂਗੇ ਅੱਗੇ। ਤੋਂ ਇਸ ਵਿੱਚ ਅੱਗੇ ਜਿਹੜਾ ਪਾਰਟ ਆ ਜਾਂਦਾ ਹੈਗਾ, ਉਸ ਵਿੱਚ ਆਪਾਂ ਲੈਂਸ ਦੀਆਂ ਦੋ ਕਿਸਮਾਂ ਬਾਰੇ ਜਾਣਕਾਰੀ ਜਿਹੜੀ ਗ੍ਰਹਿਣ ਕਰਨੀ ਹੈ। ਤਾਂ ਉਹ ਦੇਖਾਂਗੇ ਦੋ ਕਿਸਮਾਂ ਕਿਹੜੀਆਂ ਹੈਗੀਆਂ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲੈਂਸ ਬਾਰੇ ਦੁਆਰਾ ਜਿਹੜੀ ਜਾਣਕਾਰੀ ਹੈ ਉਹ ਆਪਾਂ ਸਾਂਝੀ ਕਰਾਂਗੇ। ਉਸ ਦੇ ਵਿੱਚ ਆਪਣੇ ਕੋਲੇ ਸਭ ਤੋਂ ਪਹਿਲਾਂ ਲੈਂਸ ਦੀ ਪਰਿਭਾਸ਼ਾ ਦੀ ਗੱਲ ਹੈਗੀ ਹੈ। ਲੈਂਸ ਦੀ ਪਰਿਭਾਸ਼ਾ ਆਪਾਂ ਇੱਕ ਵਾਰੀ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਤਾਂ ਲੈਂਸ ਇੱਕ ਅਜਿਹਾ ਪਾਰਦਰਸ਼ੀ ਪਦਾਰਥ ਹੈਗਾ, ਜਿਹੜਾ ਕਿ ਪ੍ਰਕਾਸ਼ ਦੀਆਂ ਕਿਰਨਾਂ ਨੂੰ ਅਪਵਰਤਿਤ ਕਰਨ ਦਾ ਕੰਮ ਕਰਦਾ ਹੈਗਾ। ਅਪਵਰਤਨ ਤੋਂ ਬਾਅਦ ਲੈਂਸ ਦੇ ਵਿੱਚ ਵਸਤੂ ਆਪਾਂ ਨੂੰ ਦਿਖਾਈ ਦਿੰਦੀ ਹੈ। ਇਹ ਲੈਂਸ ਦੋ ਪਾਸਿਓਂ ਗੋਲਾਕਾਰ ਸਤਹਾਂ ਨਾਲ ਘਿਰਿਆ ਹੁੰਦਾ ਹੈ। ਕਈ ਵਾਰੀ ਇਹ ਦੋ ਦੀ ਬਜਾਏ ਇੱਕ ਪਾਸੇ ਗੋਲਾਕਾਰ ਸਤ੍ਹਾ ਨਾਲ ਘਿਰਿਆ ਹੁੰਦਾ, ਦੂਸਰੇ ਪਾਸੇ ਪਲੇਨ ਹੁੰਦਾ ਹੈ। ਤਾਂ ਮੁੱਖ ਤੌਰ ਤੇ ਆਪਾਂ ਇਹਦੇ ਵਿੱਚ ਦੋ ਤਰ੍ਹਾਂ ਦੇ ਲੈਂਸਾਂ ਬਾਰੇ ਜਾਣਕਾਰੀ ਗ੍ਰਹਿਣ ਕਰਾਂਗੇ। ਇੱਕ ਹੈਗਾ ਉੱਤਲ ਲੈਂਸ, ਜਿਹੜਾ ਦੋ ਪਾਸੇ ਗੋਲਾਕਾਰ ਸਤਹਾਂ ਤੋਂ ਹੁੰਦਾ ਹੈ, ਉਹ ਬਾਈ ਕਨਵੈਕਸ ਹੁੰਦਾ ਹੈ। ਇਸੇ ਤਰ੍ਹਾਂ ਇੱਕ ਹੁੰਦਾ ਅਵਤਲ ਲੈਂਸ, ਜਿਹੜਾ ਦੋ ਪਾਸੇ ਗੋਲਾਕਾਰ ਸਤਹਾਂ ਨਾਲ ਘਿਰਿਆ ਹੁੰਦਾ, ਉਹਨੂੰ ਬਾਈ ਕਨਕੇਵ ਕਹਿ ਦਿੰਦੇ ਹਾਂ। ਇਹਨਾਂ ਦੋਨਾਂ ਦੇ ਵਿੱਚ ਮੁੱਖ ਤੌਰ ਤੇ ਕੁਝ ਅੰਤਰ ਹੈਗੇ ਆ। ਜਿਹੜਾ ਉੱਤਲ ਲੈਂਸ ਹੈ, ਇਹ ਵਿਚਾਲਿਓਂ ਮੋਟਾ ਹੁੰਦਾ ਹੈ ਅਤੇ ਸਿਰਿਆਂ ਤੋਂ ਪਤਲਾ ਹੁੰਦਾ ਹੈ। ਤੇ ਜਿਹੜਾ ਅਵਤਲ ਲੈਂਸ ਹੈ, ਇਹ ਸਿਰਿਆਂ ਤੋਂ ਮੋਟਾ ਤੇ ਵਿਚਾਲਿਓਂ ਪਤਲਾ ਹੁੰਦਾ ਹੈ। ਇਹ ਉਹਨਾਂ ਦੀ ਮੁੱਖ ਪਹਿਚਾਣ ਹੈ ਜਿਹੜੇ ਲੈਂਸ ਹੈਗੇ ਆ, ਚਾਹੇ ਉਹ ਉੱਤਲ ਲੈਂਸ ਹੋਵੇ ਤੇ ਚਾਹੇ ਉਹ ਆਪਣੇ ਕੋਲੇ ਅਵਤਲ ਲੈਂਸ ਹੋਵੇ। ਹੁਣ ਦੂਰਬੀਨ ਜਾਂ ਮੈਗਨੀਫਾਈਂਗ ਗਲਾਸ, ਜਿਹਨੂੰ ਆਪਾਂ ਵੱਡਦਰਸ਼ੀ ਗਲਾਸ ਵੀ ਕਹਿ ਦਿੰਦੇ ਹੈਗੇ ਆ, ਇਹਨਾਂ ਦੇ ਵਿੱਚ ਅਸਲ ਵਿੱਚ ਹੁੰਦਾ ਕੀ ਹੈ? ਪ੍ਰਕਾਸ਼ ਦਾ ਅਪਵਰਤਨ। ਤੋਂ ਇਸ ਪ੍ਰਕਾਸ਼ ਦੇ ਅਪਵਰਤਨ ਦੇ ਨਾਲ ਹੁਣ ਕੀ ਹੁੰਦਾ ਉਹ ਆਪਾਂ ਦੇਖਾਂਗੇ ਇਸ ਵਿੱਚ, ਵੀ ਉਹ ਲੈਂਸ ਰਾਹੀਂ ਅਪਵਰਤਨ ਕਿਵੇਂ ਹੁੰਦਾ ਹੈ। ਇਸ ਚਿੱਤਰ ਦੇ ਵਿੱਚ ਤੁਸੀਂ ਦੇਖੋ, ਤੁਹਾਡੇ ਕੋਲ ਉੱਤਲ ਲੈਂਸ ਹੈ, ਜਿਸ ਤੇ ਜਦੋਂ ਪ੍ਰਕਾਸ਼ ਦੀ ਕਿਰਨ ਪੈ ਰਹੀ ਹੈ ਤਾਂ ਉਹ ਤੁਸੀਂ ਇੱਕ ਨਾਰਮਲ ਵੀ ਇਹਦੇ ਵਿੱਚ ਸਮਝ ਸਕਦੇ ਆ। ਤਾਂ ਜਦੋਂ ਪ੍ਰਕਾਸ਼ ਦੀ ਕਿਰਨ ਕੱਚ ਵਿੱਚ ਦੀ ਲੰਘਦੀ ਹੈ, ਲੈਂਸ ਵਿੱਚ ਦੀ ਲੰਘਦੀ ਹੈ, ਤਾਂ ਉਹਦੇ ਵਿੱਚ ਜਿਹੜਾ ਬਦਲਾਵ ਆ ਜਾਂਦਾ ਹੈ, ਕਾਹਦੇ ਵਿੱਚ? ਪ੍ਰਕਾਸ਼ ਦੀ ਜਿਹੜੀ ਚਾਲ ਹੈ ਉਹਦੇ ਵਿੱਚ ਬਦਲਾਵ ਆਉਂਦਾ ਹੈਗਾ। ਤੋਂ ਇਸ ਵਿੱਚ ਸਭ ਤੋਂ ਪਹਿਲਾਂ ਜਦੋਂ ਹਵਾ ਤੋਂ ਕੱਚ ਵਿੱਚ ਜਾਂਦੀ ਹੈ ਤਾਂ ਪ੍ਰਕਾਸ਼ ਦੀ ਕਿਰਨ ਜਿਹੜੀ ਹੈ ਨਾਰਮਲ ਵਾਲੇ ਪਾਸੇ ਆ ਜਾਂਦੀ ਹੈ।
ਇਹ ਤੁਸੀਂ ਅਪਵਰਤਨ ਅੰਕ ਦੇ ਵਿੱਚ ਬਹੁਤ ਸਾਰਾ ਚੀਜ਼ਾਂ ਦੇਖੀਆਂ ਹੈਗੀਆਂ ਇਸ ਵਿੱਚ। ਤੇ ਦੂਸਰੀ ਸਥਿਤੀ ਵਿੱਚ ਜਦੋਂ ਇਹ ਕੱਚ ਤੋਂ ਬਾਹਰ ਪ੍ਰਕਾਸ਼ ਦੀ ਕਿਰਨ ਜਾਂਦੀ ਹੈ ਤਾਂ ਉਹ ਫੇਰ ਨਾਰਮਲ ਤੋਂ ਪਰਾਂ ਨੂੰ ਹੋ ਜਾਂਦੀ ਹੈ, ਜਿਸ ਕਰਕੇ ਉਹਦੀ ਜਿਹੜੀ ਸਪੀਡ ਹੈਗੀ ਹੈ, ਪ੍ਰਕਾਸ਼ ਦੀ ਚਾਲ ਹੈ, ਉਹ ਵੱਧ ਜਾਂਦੀ ਹੈ। ਤੋ ਇਹਦੇ ਵਿੱਚ ਵੀ ਤੁਸੀਂ ਉਸੇ ਤਰ੍ਹਾਂ ਜਿਵੇਂ ਤੁਸੀਂ ਗਲਾਸ ਸਲੈਬ ਦੇ ਵਿੱਚ, ਕੱਚ ਦੀ ਸਲੈਬ ਦੇ ਵਿੱਚ ਪ੍ਰਕਾਸ਼ ਦਾ ਅਪਵਰਤਨ ਦੇਖਿਆ ਸੀਗਾ, ਲੈਂਸ ਵਿੱਚੋਂ ਵੀ ਕੁਝ ਉਸ ਤਰ੍ਹਾਂ ਹੀ ਪ੍ਰਕਾਸ਼ ਦਾ ਅਪਵਰਤਨ ਹੁੰਦਾ ਹੈ। ਇਹ ਤੁਸੀਂ ਜਿਹੜਾ ਹੈਗਾ ਉੱਤਲ ਲੈਂਸ ਰਾਹੀਂ ਪ੍ਰਕਾਸ਼ ਦਾ ਜਿਹੜਾ ਅਪਵਰਤਨ ਦੇਖਿਆ, ਤਾਂ ਇਹਦੇ ਵਿੱਚੋਂ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਲੰਘ ਕੇ ਮੁੱਖ ਧੁਰੇ ਦੇ ਉੱਪਰ ਇੱਕ ਬਿੰਦੂ ਹੈ ਜਿਹਨੂੰ ਆਪਾਂ ਮੁੱਖ ਫੋਕਸ ਕਹਿੰਦੇ ਆ। ਉਹ ਬਿੰਦੂ ਜਿਹੜਾ ਹੈਗਾ ਮੁੱਖ ਫੋਕਸ ਵੀ ਹੋ ਸਕਦਾ ਹੈ, ਜਾਂ ਜਦੋਂ ਬਹੁਤ ਸਾਰੀਆਂ ਸਮਾਂਤਰ ਕਿਰਨਾਂ ਆਉਂਦੀਆਂ ਉਹ ਮੁੱਖ ਧੁਰੇ ਤੋਂ ਅਲੱਗ ਵੀ ਇੱਕ ਬਿੰਦੂ ਤੇ ਕੇਂਦਰਿਤ ਹੋ ਜਾਂਦੀਆਂ। ਉਹ ਮੁੱਖ ਧੁਰੇ ਦੇ ਥੱਲੇ ਜਾਂ ਉੱਪਰ ਵੀ ਹੋ ਸਕਦਾ ਹੈਗਾ ਕੋਈ ਬਿੰਦੂ, ਜਿਸ ਬਿੰਦੂ ਨੂੰ ਆਪਾਂ ਮੁੱਖ ਫੋਕਸ ਕਹਿੰਦੇ ਆ। ਮੁੱਖ ਫੋਕਸ ਐਗਜ਼ੈਕਟ ਉਹੀ ਸਥਾਨ ਹੈ ਜਿੱਥੇ ਆਪਾਂ ਨੂੰ ਸਕਰੀਨ ਦੇ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਦਿਖਾਈ ਦਿੰਦਾ ਹੈ। ਜਦੋਂ ਹੁਣ ਇਸ ਉੱਤਲ ਲੈਂਸ ਦੇ ਨਾਲ ਆਪਾਂ ਸੂਰਜ ਦੀਆਂ ਕਿਰਨਾਂ ਨੂੰ ਇੱਕ ਥਾਂ ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਾਂਗੇ, ਜੇ ਕੇਂਦਰਿਤ ਕਰਨ ਦੀ ਕੋਸ਼ਿਸ਼ ਵਿੱਚ ਆਪਾਂ ਲੈਂਸ ਦੇ ਥੱਲੇ ਕਾਗਜ਼ ਰੱਖਤਾ, ਤਾਂ ਤੁਸੀਂ ਉਸ ਲੈਂਸ ਵਿੱਚ ਦੀ ਜਦੋਂ ਸੂਰਜ ਦੀਆਂ ਕਿਰਨਾਂ ਕੇਂਦਰਿਤ ਹੁੰਦੀਆਂ ਦੇਖੋਗੇ ਕਾਗਜ਼ ਤੇ, ਤੁਸੀਂ ਨੋਟ ਕਰੋਗੇ ਉਸ ਕਾਗਜ਼ ਦੇ ਉੱਤੇ ਕਿਤੇ ਨਾ ਕਿਤੇ ਅੱਗ ਵੀ ਲੱਗ ਜਾਂਦੀ ਹੈ ਉਸ ਬਿੰਦੂ ਤੇ। ਕਿਉਂ? ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕਿਰਨਾਂ ਹੈਗੀਆਂ, ਪਾਤੀ ਕਿਰਨਾਂ, ਉਸ ਲੈਂਸ ਵਿੱਚ ਦੀ ਲੰਘ ਕੇ ਕਾਗਜ਼ ਦੇ ਉਸ ਬਿੰਦੂ ਤੇ ਕੇਂਦਰਿਤ ਹੋ ਰਹੀਆਂ, ਕਨਵਰਜ ਹੋ ਰਹੀਆਂ, ਕੰਸਨਟਰੇਟ ਹੋ ਰਹੀਆਂ, ਸੰਕੇਂਦਰਿਤ ਹੋ ਰਹੀਆਂ ਉੱਤੇ। ਤਾਂ ਬਹੁਤ ਸਾਰੀਆਂ ਕਿਰਨਾਂ ਕਰਕੇ ਕਾਗਜ਼ ਦੇ ਉਸ ਬਿੰਦੂ ਤੇ ਬਹੁਤ ਜ਼ਿਆਦਾ ਤਾਪ ਬਣ ਜਾਂਦਾ ਹੈ। ਉਹ ਇੰਨਾ ਜ਼ਿਆਦਾ ਤਾਪ ਬਣ ਜਾਂਦਾ ਹੈ ਕਿ ਕਾਗਜ਼ ਤੇ ਕਿਤੇ ਨਾ ਕਿਤੇ ਉਸ ਨਾਲ ਅੱਗ ਲੱਗ ਜਾਂਦੀ ਹੈਗੀ ਹੈ। ਤਾਂ ਇਸੇ ਤਰ੍ਹਾਂ ਹੀ ਆਪਾਂ ਅਵਤਲ ਲੈਂਸ ਬਾਰੇ ਜਾਣਾਂਗੇ। ਹੁਣ ਬੱਚਿਓ, ਹੁਣ ਅਸੀਂ ਅਵਤਲ ਲੈਂਸ ਦੇ ਨਾਲ ਜਿਹੜਾ ਉਸ ਦੇ ਬਾਰੇ ਜਾਣਕਾਰੀ ਜਿਹੜੀ ਹੈਗੀ ਆ, ਅਪਵਰਤਨ ਬਾਰੇ ਵੀ ਜਿਹੜੀ ਹੈਗੀ ਆ, ਉਹ ਆਪਾਂ ਕਰਾਂਗੇ। ਆਪਾਂ ਦੇਖਿਆ ਸੀਗਾ ਵੀ ਜਿਹੜਾ ਉੱਤਲ ਲੈਂਸ ਹੈ ਉਹਦੇ ਨਾਲ ਕਿਵੇਂ ਅਪਵਰਤਨ ਹੋਇਆ। ਇਸੇ ਤਰ੍ਹਾਂ ਜਿਹੜਾ ਅਵਤਲ ਲੈਂਸ ਹੈ, ਜਦੋਂ ਪ੍ਰਕਾਸ਼ ਦੀ ਕਿਰਨ ਅਵਤਲ ਲੈਂਸ ਤੇ ਪੈਂਦੀ ਹੈ ਤਾਂ ਇਸ ਤੋਂ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਬਾਹਰ ਨੂੰ ਖਿਲਾਰ ਹੁੰਦਾ ਹੈ। ਇਹ ਡਾਈਵਰਜ ਕਰਦੀ ਹੈ ਪ੍ਰਕਾਸ਼ ਦੀ ਕਿਰਨ ਨੂੰ। ਜਿਵੇਂ ਆਪਾਂ ਉੱਤਲ ਲੈਂਸ ਦੇ ਵਿੱਚ ਦੇਖਿਆ ਸੀ, ਪ੍ਰਕਾਸ਼ ਦੀ ਕਿਰਨ ਨੂੰ ਕਨਵਰਜ ਕਰਦੇ ਆ, ਇਹਦੇ ਵਿੱਚ ਡਾਈਵਰਜ ਕਰਦੀ ਹੈ ਜਿਹੜਾ ਅਵਤਲ ਲੈਂਸ ਦੇ ਨਾਲ ਪ੍ਰਕਾਸ਼ ਦੀਆਂ ਕਿਰਨਾਂ ਡਾਈਵਰਜ ਹੁੰਦੀਆਂ। ਤੋ ਇਸ ਕੇਸ ਦੇ ਵਿੱਚ ਜਿਹੜੀ ਹੈਗੀ ਆ ਪ੍ਰਤੀਬਿੰਬ ਉਹ ਨਹੀਂ ਬਣਿਆ, ਪਰ ਉਹ ਪ੍ਰਤੀਬਿੰਬ ਆਪਾਂ ਨੂੰ ਉਸੇ ਪਾਸੇ ਹੀ ਦਿਖਾਈ ਦੇਵੇਗਾ ਜਿਸ ਪਾਸੇ ਵਸਤੂ ਹੈ। ਇਹ ਸਾਰਾ ਵਰਤਾਰਾ ਅਵਤਲ ਲੈਂਸ ਕਰਕੇ ਹੁੰਦਾ ਹੈ। ਤੋ ਇਸ ਕਰਕੇ ਇਹਦਾ ਜਿਹੜਾ ਪ੍ਰਤੀਬਿੰਬ ਹੈਗਾ ਆਭਾਸੀ ਬਣਦਾ ਹੈ ਉਸੇ ਪਾਸੇ। ਤੋ ਇਹ ਦੋਨੇ ਸਥਿਤੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਉੱਤਲ ਲੈਂਸ ਤੇ ਅਵਤਲ ਲੈਂਸ ਦੇ ਨਾਲ ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਉਹਨਾਂ ਦੇ ਅਪਵਰਤਨ ਤੋਂ ਬਾਅਦ ਕਿਵੇਂ ਵਰਤਾਰਾ ਵਾਪਰਦਾ ਉਹਦੇ ਬਾਰੇ ਤੁਸੀਂ ਦੇਖਿਆ। ਉੱਤਲ ਲੈਂਸ ਨੂੰ ਕਨਵਰਜੈਂਟ ਲੈਂਸ ਤੇ ਅਵਤਲ ਲੈਂਸ ਨੂੰ ਡਾਈਵਰਜੈਂਟ ਲੈਂਸ ਕਹਿੰਦੇ ਹਨ। ਤੋ ਅਵਤਲ ਲੈਂਸ ਜਿਹੜਾ ਹੈਗਾ, ਲੈਂਸ ਫਾਰਮੂਲੇ ਬਾਰੇ ਪਤਾ ਹੋਣਾ ਚਾਹੀਦਾ ਹੈ। ਜਿਵੇਂ ਆਪਾਂ ਪਹਿਲਾਂ ਦਰਪਣ ਫਾਰਮੂਲਾ ਪੜ੍ਹਿਆ ਸੀ, ਉਸੇ ਤਰ੍ਹਾਂ ਹੁਣ ਇਸ ਵਿੱਚ ਲੈਂਸ ਫਾਰਮੂਲਾ ਆ ਜਾਂਦਾ ਹੈਗਾ। ਤੋ ਇਹਦੇ ਬਾਰੇ ਵੀ ਪੜ੍ਹਨਾ ਆਪਣੇ ਲਈ ਬਹੁਤ ਜ਼ਰੂਰੀ ਹੈਗਾ। ਤੋ ਇਸ ਦੇ ਵਿੱਚ ਜਦੋਂ ਵਸਤੂਆਂ ਦੇ ਪ੍ਰਤੀਬਿੰਬ ਬਣਦੇ ਆ, ਉਹਨਾਂ ਦੇ ਗੁਣਾਂ ਦਾ ਵੀ ਆਪਾਂ ਅਧਿਐਨ ਕਰਾਂਗੇ, ਚਾਹੇ ਉਹ ਅਵਤਲ ਲੈਂਸ ਹੋਵੇ ਤੇ ਚਾਹੇ ਉਹ ਉੱਤਲ ਲੈਂਸ ਹੋਵੇ, ਦੋਨਾਂ ਦੇ ਵਿੱਚ। ਤੋ ਆਪਾਂ ਜਿਹੜਾ ਪਹਿਲਾਂ ਦਰਪਣ ਫਾਰਮੂਲਾ ਪੜ੍ਹਿਆ ਸੀਗਾ, ਉਹ ਦਰਪਣਾਂ ਲਈ ਸੀਗਾ, ਗੋਲਾਕਾਰ ਦਰਪਣਾਂ ਲਈ ਸਾਰਿਆਂ ਲਈ ਲਾਗੂ ਹੁੰਦਾ ਸੀ। ਇਸੇ ਤਰ੍ਹਾਂ ਜਿਹੜਾ ਲੈਂਸ ਫਾਰਮੂਲਾ ਹੈਗਾ, ਇਹ ਗੋਲਾਕਾਰ ਲੈਂਸਾਂ
ਦੋਨਾਂ ਤੇ ਲਾਗੂ ਹੁੰਦਾ ਹੈ। ਇਹ ਲੈਂਸ ਫਾਰਮੂਲੇ ਦਾ ਜਿਹੜਾ ਹੈਗਾ ਪੂਰੀ ਉਸ ਦੀ ਇਕੁਏਸ਼ਨ ਹੈ। 1/f ਬਰਾਬਰ 1/v ਮਾਈਨਸ 1/u। ਤੋ ਇਹਦੇ ਵਿੱਚ u v ਤੇ f ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। u ਕੀ ਹੈ? ਲੈਂਸ ਤੋਂ ਵਸਤੂ ਦੀ ਦੂਰੀ। v ਹੈਗੀ ਹੈ ਲੈਂਸ ਤੋਂ ਪ੍ਰਤੀਬਿੰਬ ਦੀ ਦੂਰੀ ਤੇ f ਹੈਗੀ ਆ ਫੋਕਸ ਦੂਰੀ। ਤੋ ਆ ਇੱਕ ਤੁਹਾਨੂੰ ਡਾਇਗਰਾਮੈਟਿਕਲੀ ਦਿਖਾਇਆ ਹੈ ਕਿ ਵਸਤੂ ਦਾ ਜਦੋਂ ਪ੍ਰਤੀਬਿੰਬ ਬਣਿਆ ਤਾਂ ਉਸ ਤੋਂ ਕਿਵੇਂ ਲੈਂਸ ਇਕੁਏਸ਼ਨ ਬਣਦੀ ਹੈਗੀ ਆ, ਕਿਵੇਂ ਜਿਹੜਾ ਲੈਂਸ ਫਾਰਮੂਲਾ ਬਣਦਾ ਹੈਗਾ। u v ਤੇ f ਤਿੰਨਾਂ ਦਾ ਆਪਸੀ ਸੰਬੰਧ ਜਿਹੜਾ ਦਰਸਾਉਂਦਾ ਹੈਗਾ ਲੈਂਸ ਫਾਰਮੂਲਾ, ਭਾਵ ਲੈਂਸ ਤੋਂ ਵਸਤੂ ਦੀ ਦੂਰੀ, ਲੈਂਸ ਤੋਂ ਪ੍ਰਤੀਬਿੰਬ ਦੀ ਦੂਰੀ ਅਤੇ ਲੈਂਸ ਤੋਂ ਫੋਕਸ ਦੂਰੀ, ਤਿੰਨਾਂ ਦਾ ਆਪਸੀ ਸੰਬੰਧ ਦਰਸਾਉਣ ਵਾਲਾ ਜਿਹੜਾ ਆਪਣੇ ਕੋਲੇ ਲੈਂਸ ਫਾਰਮੂਲਾ। ਹੁਣ ਆਪਾਂ ਨੂੰ ਉਸ ਲਈ ਕੁਝ ਚਿੰਨ੍ਹ ਪਰੰਪਰਾਵਾਂ ਵੀ ਕਰਨੀਆਂ ਪੈਣਗੀਆਂ, ਜਿਹਨੂੰ ਆਪਾਂ ਸਾਈਨ ਕਨਵੈਨਸ਼ਨਸ ਵੀ ਕਹਿੰਦੇ ਹੈਗੇ ਆ। ਕਾਰਟੀਜ਼ੀਅਨ ਸਾਈਨ ਕਨਵੈਨਸ਼ਨਸ, ਕਾਰਟੀਜ਼ੀਅਨ ਚਿੰਨ੍ਹ ਪਰੰਪਰਾਵਾਂ ਜਿਹੜੀਆਂ ਕਿ ਲੈਂਸ ਫਾਰਮੂਲੇ ਦੇ ਲਈ ਵੀ ਲਾਗੂ ਹੁੰਦੀਆਂ ਹਨ, ਜਿਨ੍ਹਾਂ ਤੋਂ ਆਪਾਂ ਜਿਵੇਂ ਕਾਰਟੀਜ਼ੀਅਨ ਚਿੰਨ੍ਹ ਪਰੰਪਰਾਵਾਂ ਆਪਾਂ ਦਰਪਣ ਫਾਰਮੂਲੇ ਲਈ ਪੜ੍ਹੀਆਂ ਸੀ, ਉਸੇ ਤਰ੍ਹਾਂ ਇਹ ਕਾਰਟੀਜ਼ੀਅਨ ਚਿੰਨ੍ਹ ਪਰੰਪਰਾਵਾਂ ਜਿਹੜੀਆਂ ਹੈਗੀਆਂ ਇਹ ਲੈਂਸ ਫਾਰਮੂਲੇ ਦੇ ਲਈ ਵੀ ਲਾਗੂ ਹੁੰਦੀਆਂ ਹਨ। ਸਭ ਤੋਂ ਪਹਿਲੀ ਗੱਲ, ਸਾਰੀਆਂ ਦੂਰੀਆਂ ਜਿਹੜੀਆਂ ਹੈਗੀਆਂ ਲੈਂਸ ਦੇ ਕੇਂਦਰ, ਉਹ ਇਹਨੂੰ ਆਪਾਂ ਉਹਦੇ ਨਾਲ ਵੀ ਆਪਾਂ ਇਸ ਨੂੰ ਮੈਜ਼ਰ ਕਰਦੇ ਹਾਂ। ਫਿਰ ਇਹ ਹੈ ਕਿ u ਤੱਕ ਦੀ ਤੇ v ਤੱਕ ਦੀਆਂ ਦੂਰੀਆਂ ਆਪਾਂ ਤੇ f ਵਗੈਰਾ ਜੋ ਫੋਕਸ ਦੂਰੀਆਂ ਉਹ ਸਾਰੀਆਂ ਲਵਾਂਗੇ। ਇਸ ਵਿੱਚ ਵੀ ਉਸੇ ਤਰ੍ਹਾਂ ਦੂਰੀਆਂ ਮਾਪੀਆਂ ਜਾਣਗੀਆਂ ਵੀ ਲੈਂਸ ਤੋਂ ਖੱਬੇ ਪਾਸੇ ਦੀਆਂ ਜਿੰਨੀਆਂ ਵੀ ਦੂਰੀਆਂ ਹੈਗੀਆਂ, ਭਾਵ ਆਪਾਤੀ ਕਿਰਨ ਦੇ ਉਲਟ ਜਿੰਨੀਆਂ ਵੀ ਦੂਰੀਆਂ, ਉਹ ਸਾਰੀਆਂ ਲਈਆਂ ਜਾਣਗੀਆਂ ਆਪਣੇ ਕੋਲੇ ਰਿਣਾਤਮਕ, ਭਾਵ ਨੈਗੇਟਿਵ। ਲੈਂਸ ਦੇ ਸੱਜੇ ਪਾਸੇ ਜਿੰਨੀਆਂ ਵੀ ਦੂਰੀਆਂ ਉਹ ਪੋਜ਼ਿਟਿਵ ਹੋਣਗੀਆਂ। ਲੈਂਸ ਤੋਂ ਉੱਪਰ ਦੀਆਂ ਜਿਹੜੀਆਂ ਮੁੱਖ ਧੁਰੇ ਤੋਂ ਉੱਪਰ ਦੀਆਂ ਜਿੰਨੀਆਂ ਵੀ ਦੂਰੀਆਂ ਉਹ ਪੋਜ਼ਿਟਿਵ, ਤੇ ਮੁੱਖ ਧੁਰੇ ਦੇ ਹੇਠਾਂ ਦੀਆਂ ਜਿੰਨੀਆਂ ਵੀ ਦੂਰੀਆਂ ਉਹ ਸਾਰੀਆਂ ਨੈਗੇਟਿਵ ਲਈਆਂ ਜਾਣਗੀਆਂ, ਭਾਵ ਮਾਈਨਸ ਲਈਆਂ ਜਾਣਗੀਆਂ। ਤੋ ਇਹ ਕਾਰਟੀਜ਼ੀਅਨ ਚਿੰਨ੍ਹ ਪਰੰਪਰਾਵਾਂ ਆਪਾਂ ਨੂੰ ਜਿਹੜੀਆਂ ਹੈਗੀਆਂ ਉਹ ਫੋਲੋ ਕਰਨੀਆਂ ਪੈਣਗੀਆਂ, ਭਾਵ ਲੈਂਸ ਦੇ ਸੱਜੇ ਪਾਸੇ ਜੋ ਪੋਜ਼ਿਟਿਵ ਹੈ, ਲੈਂਸ ਦੇ ਖੱਬੇ ਪਾਸੇ ਮਾਈਨਸ ਹੈ, ਤੇ ਮੁੱਖ ਧੁਰੇ ਦੇ ਉੱਪਰ ਪੋਜ਼ਿਟਿਵ ਹੈ ਤੇ ਮੁੱਖ ਧੁਰੇ ਦੇ ਥੱਲੇ ਨੈਗੇਟਿਵ ਹੈਗੇ ਆ। ਇਹ ਸਾਰੀਆਂ ਦੂਰੀਆਂ ਜਿਹੜੀਆਂ ਹੈਗੀਆਂ ਕਿੱਥੋਂ ਮਾਪੀਆਂ ਜਾਣਗੀਆਂ? ਆਪਟੀਕਲ ਸੈਂਟਰ ਤੋਂ, ਭਾਵ ਜਿਹੜਾ ਲੈਂਸ ਦਾ ਕੇਂਦਰ ਹੈਗਾ, ਜਿਹਨੂੰ ਆਪਾਂ O ਦੇ ਨਾਲ ਇਸ ਵਿੱਚ ਲਿਖਿਆ ਹੋਇਆ। ਤੋ ਕਨਵੈਕਸ ਲੈਂਸ ਦੇ ਲਈ ਜਿਹੜੀ ਫੋਕਲ ਲੈਂਥ ਹੈ ਉਹ ਪੋਜ਼ਿਟਿਵ ਹੁੰਦੀ ਹੈ, ਜਦਕਿ ਕਨਕੇਵ ਲੈਂਸ ਦੇ ਲਈ ਜਿਹੜੀ ਫੋਕਸ ਦੂਰੀ ਆ ਉਹ ਨੈਗੇਟਿਵ ਹੁੰਦੀ ਆ। ਆਪਾਂ ਪਹਿਲਾਂ ਵੀ ਡਾਇਗਰਾਮੈਟਿਕਲੀ ਦੇਖ ਚੁੱਕੇ ਹਾਂ। ਤੋ ਇਹ ਜਿਹੜੀ ਆਪਾਂ ਲੈਂਸ ਇਕੁਏਸ਼ਨ ਜਿਹੜੀ ਹੈਗੀ ਆ, ਭਾਵ ਲੈਂਸ ਫਾਰਮੂਲਾ, ਇਹ ਆਪਣੇ ਅੱਗੇ ਕੰਮ ਆਵੇਗਾ, ਜਿਸ ਤੋਂ ਆਪਾਂ ਕਈ ਤਰ੍ਹਾਂ ਦੇ ਜਿਹੜੇ ਨੂਮੈਰੀਕਲ ਹੈਗੇ ਆ ਉਹ ਵੀ ਆਪਾਂ ਸੋਲਵ ਕਰਨੇ ਹੈਗੇ ਆ।